ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਉਹਨਾਂ ਦੀ ਸਰਕਾਰ ਦੀ ਲੋਕਾਂ ਨੂੰ ਜਲਦ ਤੋਂ ਜਲਦ ਵੈਕਸੀਨ ਹਾਸਲ ਕਰਨ ਦੀ ਸਲਾਹ ਵਿੱਚ ਕੋਈ ਤਬਦੀਲੀ ਨਹੀਂ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਟਿੱਪਣੀ ਉਸ ਵੇਲੇ ਕੀਤੀ ਹੈ ਜਦ ਬੀਤੇ ਕੱਲ ਨੈਸ਼ਨਲ ਐਡਵਾਈਜ਼ਰੀ ਕਮੇਟੀ ਔਨ ਇਮਿਊਨਾਈਜ਼ੇਸ਼ਨ NACI ਦਾ ਕਹਿਣਾ ਹੈ ਕਿ ਫਾਈਜ਼ਰ ਬਾਇਓਟੈਕ ਅਤੇ ਮੋਡਰਨਾ ਦੀ ਵੈਕਸੀਨ ਤਰਜੀਹ ਵਾਲੀਆਂ ਵੈਕਸੀਨ ਹਨ। ਟਰੂਡੋ ਨੇ ਆਖਿਆ ਉਹ ਖੁਸ਼ ਤੇ ਸੰਤੁਸ਼ਟ ਹਨ ਕਿ ਉਹਨਾਂ ਨੂੰ ਆਕਸਫੋਰਡ ਐਸਟਰਾਜੈਨੇਕਾ ਵੈਕਸੀਨ ਦੇ ਨਾਲ ਵੈਕਸੀਨੇਟ ਕੀਤਾ ਗਿਆ। ਪ੍ਰਧਾਨ ਮੰਤਰੀ ਟਰੂਡੋ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਨੂੰ ਉਹੀ ਵੈਕਸੀਨ ਹਾਸਲ ਕਰਨੀ ਚਾਹੀਦੀ ਹੈ ਜੋ ਉਹਨਾਂ ਦੀ ਵਾਰੀ ਆਉਣ ਤੇ ਸਭ ਤੋਂ ਪਹਿਲਾਂ ਉਪਲਬਧ ਹੋਵੇ। ਟਰੂਡੋ ਨੇ ਇਹ ਵੀ ਦੱਸਿਆ ਕਿ ਕੱਲ ਸਵੇਰ ਤੱਕ ਮੋਡਰਨਾ ਦੀਆਂ 1 ਮਿਲੀਅਨ ਵੈਕਸੀਨ ਖੁਰਾਕਾਂ ਪਹੁੰਚ ਰਹੀਆਂ ਹਨ। ਇਸ ਤੋਂ ਪਹਿਲਾਂ ਫੈਡਰਲ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਸ ਹਫ਼ਤੇ ਸਿਰਫ ਫਾਈਜ਼ਰ ਬਾਇਓਟੈਕ 2 ਮਿਲੀਅਨ ਖੁਰਾਕਾਂ ਪਹੁੰਚਣੀਆਂ ਨੇ। Remember, all vaccines in Canada have been approved by Health Canada. Our advice to provinces and territories and to Canadians has not changed. Dr. Tam will have more to say in a few minutes, but make sure you get your shot as soon as it's your turn. Already we're seeing how vaccines, along with public health measures, keep people safe. We've administered hundreds of thousands of vaccine doses in hundreds of Indigenous communities. Cases are now falling quickly in places across the country. In fact, for First Nations communities alone, active cases are about a sixth of what they were at the end of January. This is not a coincidence. Vaccines work. Personal level, I am extremely pleased that I got the AstraZeneca vaccine a number of weeks ago. It was extremely important to me to be able to protect my loved ones, to protect my family, and to do my part to ensure that all Canadians get through this as quickly as possible. And that's the reality. We all want to get through this pandemic as quickly as possible, and that means all of us getting vaccinated as quickly as possible. That is the focus that we have right now. And again, every single vaccine administered in Canada has been judged by Health Canada as being safe and effective. ਤੇ ਉਧਰ ਪਬਲਿਕ ਹੈਲਥ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਦਾ ਵਿਰੋਧ ਕਰ ਰਹੇ ਗਰੁੱਪਸ ਵਿੱਚ ਸ਼ਾਮਿਲ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਅਜਿਹੇ ਮੁਜ਼ਾਹਰੇ ਕਰਨ ਨਾਲ ਉਲਟ ਅਸਰ ਪਵੇਗਾ। ਮੰਗਲਵਾਰ ਨੂੰ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਇਹਨਾਂ ਮੁਜ਼ਾਹਰੇਕਾਰੀਆਂ ਦਾ ਮਕਸਦ ਆਮ ਵਰਗੇ ਹਾਲਾਤ ਵਾਪਸ ਲਿਆਉਣਾ ਹੈ, ਪਰ ਇਸ ਤਰ੍ਹਾਂ ਇਕੱਠੇ ਹੋਣ ਨਾਲ ਇੱਕ ਤਾਂ ਵਾਇਰਸ ਹੋਰ ਫੈਲੇਗਾ ਅਤੇ ਅਜਿਹਾ ਹੋਣ ਦੀ ਸੂਰਤ ਵਿੱਚ ਲਾਕਡਾਊਨ ਵਿੱਚ ਹੋਰ ਵਾਧਾ ਹੋਵੇਗਾ। ਟਰੂਡੋ ਨੇ ਉਹਨਾਂ ਸਾਰੇ ਕੈਨੇਡੀਅਨਸ ਦਾ ਧੰਨਵਾਦ ਵੀ ਕੀਤਾ ਜਿਹੜੇ ਨਿਯਮਾਂ ਦਾ ਪਾਲਣ ਕਰ ਰਹੇ ਹਨ ਅਤੇ ਆਖਿਆ ਕਿ ਉਹ ਸਭ ਜਾਣਦੇ ਹਨ ਕਿ ਨਿਯਮਾਂ ਤੇ ਪਾਬੰਦੀਆਂ ਦਾ ਪਾਲਣ ਕਰਨ ਨਾਲ ਹਾਲਾਤ ਜਲਦ ਆਮ ਵਰਗੇ ਹੋਣਗੇ। ਟਰੂਡੋ ਨੇ ਇਹ ਵੀ ਆਖਿਆ ਕਿ ਇੰਨੇ ਕੈਨੇਡੀਅਨ ਇਸ ਲਈ ਪਬਲਿਕ ਹੈਲਥ ਮਾਪਦੰਡਾਂ ਦਾ ਪਾਲਣ ਕਰ ਰਹੇ ਹਨ ਕਿਉਂਕਿ ਉਹ ਸਿਰਫ ਆਮ ਵਰਗੇ ਹਾਲਾਤ ਹੀ ਵਾਪਸ ਨਹੀਂ ਚਾਹੁੰਦੇ, ਸਗੋਂ ਉਹ ਆਪਣੇ ਗੁਆਂਢੀਆਂ ਅਤੇ ਫਰੰਟ ਲਾਈਨ ਵਰਕਰਸ ਦੀ ਕੇਅਰ ਕਰਦੇ ਹਨ। ਟਰੂਡੋ ਨੇ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਅਜਿਹਾ ਆਪਣੇ ਸਾਥੀ ਕੈਨੇਡੀਅਨਸ ਦੇ ਸਨਮਾਨ ਸਦਕਾ ਹੀ ਕਰ ਲੈਣਾ ਚਾਹੀਦਾ। ਤੁਹਾਨੂੰ ਦੱਸ ਦਈਏ ਕਿ ਅਲਬਰਟਾ ਵਿੱਚ 2 ਦਿਨਾਂ ਲਈ ਵੀਕਐਂਡ ਉੱਤੇ ਨੋ ਮੋਰ ਲੋਕਡਾਊਨਸ ਦੇ ਨਾਂ ਉੱਤੇ ਕੀਤੇ ਗਏ ਮੁਜ਼ਾਹਰਿਆਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੋਏ। ਅਲਬਰਟਾ ਦੇ ਪ੍ਰੀਮੀਅਰ ਜੇਸਨ ਕੇਨੀ ਦੇ ਵੱਲੋਂ ਇਸ ਇਵੈਂਟ ਦੀ ਨਿਖੇਧੀ ਕੀਤੀ ਗਈ ਤੇ ਉਹਨਾਂ ਆਖਿਆ ਕਿ ਇਹ ਸਭ ਨਿਯਮ ਮੰਨਣ ਵਾਲਿਆਂ ਦੇ ਮੂੰਹ ਉੱਤੇ ਚਪੇੜ ਮਾਰਨ ਦੇ ਤੋਲ ਹੈ। ਇਸ ਸਮੇਂ ਕੈਨੇਡਾ ਤੇ ਅਮਰੀਕਾ ਦੇ ਮੁਕਾਬਲੇ ਅਲਬਰਟਾ ਵਿੱਚ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਕੋਵਿਡ-19 ਦੇ ਸਭ ਤੋਂ ਵੱਧ ਮਾਮਲੇ ਪਾਏ ਜਾ ਰਹੇ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਤੀਜੀ ਵੇਵ ਦਾ ਸਾਹਮਣਾ ਕਰ ਰਹੇ ਹੋਰਨਾਂ ਪ੍ਰੋਵਿੰਸਸ ਵਾਂਗ ਹੀ ਫੈਡਰਲ ਸਰਕਾਰ ਅਲਬਰਟਾ ਦੀ ਮਦਦ ਕਰਨਾ ਜਾਰੀ ਰੱਖੇਗੀ। Unfortunately, some people are still choosing to join large gatherings or even go out of their way to protest public health measures and disrupt vaccine appointments. But here's the thing. The reason so many Canadians are following public health measures isn't just because they want things to get back to normal. It's because they care about their neighbours and about our frontline workers. It's because they know people who are vulnerable, people who could die if this virus keeps spreading. These protests are supposed to be about getting back to normal, but by spreading the virus, they do just the opposite and prolong lockdowns. So follow public health advice, but don't do it for me or for any politician. Do it for someone in your life that you care about. Do it because you respect your fellow Canadians. To the millions of people who are already doing this and who are stepping up to look out for those around you, thank you. As you do your part, know that we have your back. Across the country,
we're deploying additional support to provinces and territories that have been hit hardest by this third wave. For Alberta, we continued reaching out to the province through the weekend. We're offering whatever help they need to get the situation under control and keep Albertans safe. For the GTA, the second team of healthcare workers from Newfoundland and Labrador will arrive at Pearson this afternoon on board a Canadian Armed Forces airplane. They'll join the first team that's already there, as well as the Armed Forces members who are helping in Toronto hospitals. And for all Canadians, we continue to deliver PPE, rapid tests, and of course, vaccines. ਜਨਰਲ ਜੋਨਾਥਨ ਵੈਂਸ ਦੇ ਮਾਮਲੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਚੀਫ ਆਫ ਸਟਾਫ ਨੂੰ ਗਵਾਹੀ ਲਈ ਬੁਲਾਇਆ ਜਾਵੇ ਜਾਂ ਨਾ, ਇਸ ਮਾਮਲੇ ਉੱਤੇ ਹੋਣ ਵਾਲੀ ਬਹਿਸ ਅਚਾਨਕ ਰੱਦ ਕਰ ਦਿੱਤੇ ਜਾਣ ਤੋਂ ਬਾਅਦ ਫੈਡਰਲ ਕੰਜ਼ਰਵੇਟਿਵਸ ਅਤੇ ਐਨਡੀਪੀ ਕਾਫੀ ਨਾਰਾਜ਼ ਹਨ। ਵੈਂਸ ਦੇ ਖਿਲਾਫ ਲੱਗੇ ਦੋਸ਼ਾਂ ਨੂੰ ਸਰਕਾਰ ਕਿਸ ਤਰ੍ਹਾਂ ਹੈਂਡਲ ਕਰ ਰਹੀ ਹੈ, ਇਸ ਬਾਰੇ ਸਵਾਲਾਂ ਦੇ ਜਵਾਬ ਲਈ ਕੇਟੀ ਟੈਲਫੋਰਡ ਨੂੰ ਸੱਦਿਆ ਜਾਵੇ ਜਾਂ ਨਾ, ਇਸ ਬਾਰੇ ਬਹਿਸ ਸ਼ੁੱਕਰਵਾਰ ਨੂੰ ਹੋਈ ਸੀ, ਪਰ ਡਿਫੈਂਸ ਕਮੇਟੀ ਦੇ ਲਿਬਰਲ ਮੈਂਬਰਾਂ ਦੇ ਕਾਰਨ ਇਹ ਬਹਿਸ ਮੁਲਤਵੀ ਕਰ ਦਿੱਤੀ ਗਈ। ਇਹ ਬਹਿਸ ਮੁੜ ਸ਼ੁਰੂ ਹੋਣੀ ਸੀ, ਪਰ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਮੀਟਿੰਗ ਤੋਂ ਪਹਿਲਾਂ ਇਹ ਆਖ ਦਿੱਤਾ ਗਿਆ ਕਿ ਇਹ ਬਹਿਸ ਰੱਦ ਕਰ ਦਿੱਤੀ ਗਈ ਹੈ। ਐਨਡੀਪੀ ਤੇ ਡਿਫੈਂਸ ਕ੍ਰਿਟਿਕ ਰਿੰਗਲ ਗ੍ਰੀਸਨ ਨੇ ਮੀਡੀਆ ਦੇ ਨਾਲ ਗੱਲ ਕਰਦਿਆਂ ਆਖਿਆ ਕਿ ਸਾਨੂੰ ਆਖਰੀ ਮਿੰਟ ਵਿੱਚ ਇਹ ਨੋਟਿਸ ਮਿਲਿਆ ਕਿ ਇਸ ਮੀਟਿੰਗ ਨੂੰ ਰੱਦ ਕਰ ਦਿੱਤਾ ਜਾਂਦਾ ਹੈ ਤੇ ਇਸ ਸੰਬੰਧ ਵਿੱਚ ਕੋਈ ਕਾਰਨ ਵੀ ਨਹੀਂ ਦੱਸਿਆ ਗਿਆ ਕਿ ਇਹ ਫੈਸਲਾ ਕਿਉਂ ਲਿਆ ਗਿਆ। ਇਸ ਬਹਿਸ ਨੂੰ ਮੁੜ ਸ਼ੁਰੂ ਕਰਨ ਲਈ ਕੋਈ ਸਮਾਂ ਸੀਮਾ ਵੀ ਨਹੀਂ ਦੱਸੀ ਗਈ। ਕੰਜ਼ਰਵੇਟਿਵ ਡਿਫੈਂਸ ਕ੍ਰਿਟਿਕ ਜੇਮਸ ਬੇਜ਼ਨ ਨੇ ਦੋਸ਼ ਲਗਾਇਆ ਕਿ ਇਹ ਮੀਟਿੰਗ ਸਰਕਾਰ ਅਤੇ ਟੈਲਫੋਰਡ ਨੂੰ ਬਚਾਉਣ ਲਈ ਰੱਦ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਕੰਜ਼ਰਵੇਟਿਵ ਆਗੂ ਐਰਨ ਓਟੂਲ ਦੇ ਵੱਲੋਂ ਟੈਲਫੋਰਡ ਨੂੰ ਨੌਕਰੀ ਤੋਂ ਕੱਢਣ ਦੀ ਪ੍ਰਧਾਨ ਮੰਤਰੀ ਤੋਂ ਮੰਗ ਲਈ ਜਾਰੀ ਕੀਤੇ ਬਿਆਨ ਤੋਂ ਕੁਝ ਸਮੇਂ ਬਾਅਦ ਹੀ ਮੀਟਿੰਗ ਰੱਦ ਕਰ ਦਿੱਤੀ ਗਈ। ਓਟੂਲ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਸੀ ਕਿ ਉਹਨਾਂ ਦੀ ਪਾਰਟੀ ਟੈਲਫੋਰਡ ਨੂੰ ਕੱਢਣ ਲਈ ਹਾਊਸ ਆਫ ਕਾਮਨਸ ਵਿੱਚ ਮਤਾ ਪੇਸ਼ ਕਰੇਗੀ ਤੇ ਪ੍ਰਧਾਨ ਮੰਤਰੀ ਦੇ ਵੱਲੋਂ ਇਹ ਵੀ ਆਖਿਆ ਜਾ ਚੁੱਕਿਆ ਕਿ ਸਾਬਕਾ ਜਨਰਲ ਦੇ ਖਿਲਾਫ ਲੱਗੇ ਇਹਨਾਂ ਦੋਸ਼ਾਂ ਤੋਂ ਉਹ ਜਾਣੂ ਨਹੀਂ ਸਨ। ਤੇ ਦੂਜੇ ਪਾਸੇ ਫੋਰਡ ਸਰਕਾਰ ਦੇ ਵੱਲੋਂ 2021 ਤੋਂ 2022 ਦੇ ਜਾਰੀ ਕੀਤੇ ਗਏ ਐਜੂਕੇਸ਼ਨ ਫੰਡਿੰਗ ਪਲਾਨ ਦੇ ਵੇਰਵੇ ਅਨੁਸਾਰ ਕੋਵਿਡ-19 ਅਸੈਟ ਸਟਾਫ ਅਤੇ ਮਾਨਸਿਕ ਸਿਹਤ ਪੇਸ਼ਕਦਮੀਆਂ ਦੇ ਵਿੱਚ ਸੁਧਾਰ ਦੇ ਲਈ $2 ਬਿਲੀਅਨ ਦਾ ਖਰਚ ਕੀਤਾ ਜਾਵੇਗਾ। ਸਿੱਖਿਆ ਮੰਤਰੀ ਸਟੀਫਨ ਲੈਚੇ ਨੇ ਆਖਿਆ ਕਿ ਹੁਣ ਜਦੋਂ ਅਸੀਂ ਗਰਮੀਆਂ ਦੇ ਮਹੀਨੇ ਸ਼ੁਰੂ ਹੋ ਚੁੱਕੇ ਅਤੇ ਹੌਲੀ-ਹੌਲੀ ਨਵੇਂ ਸਾਲ ਵਿੱਚ ਵੱਧ ਰਹੇ ਹਾਂ, ਅਜਿਹੇ ਵਿੱਚ ਸਰਕਾਰ ਆਪਣੇ ਸਟਾਫ ਅਤੇ ਵਿਦਿਆਰਥੀਆਂ ਦੀ ਹਿਫਾਜ਼ਤ ਕਰਨ ਲਈ ਵਚਨਬੱਧ ਹੈ। ਲੈਚੇ ਨੇ ਆਖਿਆ ਕਿ ਸਰਕਾਰ 1 ਸਾਲ ਲਈ ਹੋਰ ਆਰਜ਼ੀ ਤੌਰ ਉੱਤੇ ਕੋਵਿਡ-19 ਮਦਦ ਦੇਵੇਗੀ ਜੋ ਕਿ $1.6 ਬਿਲੀਅਨ ਦੀ ਹੋਵੇਗੀ। ਉਹਨਾਂ ਇਹ ਵੀ ਆਖਿਆ ਕਿ ਓਨਟਾਰੀਓ ਭਰ ਦੇ ਸਕੂਲ ਬੋਰਡਸ ਨੂੰ 2021 ਤੋਂ 2022 ਸਕੂਲ ਵਰ੍ਹੇ ਦੇ ਲਈ ਵਿਦਿਆਰਥੀਆਂ ਤੇ ਸਟਾਫ ਨੂੰ ਵਰਚੁਅਲ ਲਰਨਿੰਗ ਲਾਜ਼ਮੀ ਕਰਨ ਲਈ ਆਖਿਆ ਜਾਵੇਗਾ। ਲੈਚੇ ਨੇ ਵੀ ਆਖਿਆ ਕਿ ਓਨਟਾਰੀਓ ਦੇ ਇਤਿਹਾਸ ਵਿੱਚ ਸਾਡੀ ਸਰਕਾਰ ਹੀ ਅਜਿਹੀ ਹੈ ਜਿਸ ਵੱਲੋਂ ਕਿਸੇ ਵੀ ਸਰਕਾਰ ਨਾਲੋਂ ਜ਼ਿਆਦਾ ਪਬਲਿਕ ਐਜੂਕੇਸ਼ਨ ਦੇ ਵਿੱਚ ਨਿਵੇਸ਼ ਕੀਤਾ ਜਾ ਰਿਹਾ ਹੈ। ਉਹਨਾਂ ਆਖਿਆ ਕਿ ਨਵੀਂ ਫੰਡਿੰਗ ਵਿੱਚ $29.4 ਮਿਲੀਅਨ ਵੈਂਟੀਲੇਸ਼ਨ ਸਿਸਟਮਸ, $20 ਮਿਲੀਅਨ ਲਰਨਿੰਗ ਰਿਕਵਰੀ ਅਤੇ ਮੁੜ ਨਵਿਆਉਣ, $383.6 ਮਿਲੀਅਨ ਸਟਾਫਿੰਗ ਦੇ ਲਈ ਅਤੇ 2 ਸਾਲਾਂ ਦੇ ਅਰਸੇ ਦੌਰਾਨ ਰਿਮੋਟ ਲਰਨਿੰਗ ਦੇ ਲਈ $40 ਮਿਲੀਅਨ ਰੱਖੇ ਜਾਣਗੇ। ਰਾਜੇ ਨੇ ਆਖਿਆ ਕਿ ਬਜਟ ਦਾ ਵੱਡਾ ਹਿੱਸਾ ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ ਉੱਤੇ ਖਰਚਿਆ ਜਾਵੇਗਾ ਜੋ ਕਿ $450 ਮਿਲੀਅਨ ਹੋਵੇਗਾ। Today, I'm proud to announce that the government is making the single largest investment in public education in Ontario history. Our government is making over $2 billion in resources available to protect students and strengthen learning in the classroom. Le plus important investissement ponctuel dans l'éducation publique de l'histoire de l'Ontario. Since coming to office, our government has increased funding for public education each and every year. And I'm proud to note that we are once again increasing education funding projected to total $25.6 billion through the Grant for Student Needs. This is an increase of more than $561 million for next year alone. And we are going further. Under our plan, Ontario is providing an additional $1.6 billion in targeted COVID-19 resources that will ensure we invest more in mental health, more in reading and math supports than at any point in our history. Under our plan, our government is investing in mental health, special education, reading supports, and math supports. For children with special education needs, Ontario will provide school boards with $3.21 billion to support those students and give them the resources that they deserve. Again, the highest investment in Ontario history. In addition to the Grant for Student Needs and the COVID-19 $1.6 billion in resources, Ontario will invest more than $288 million in the Priorities and Partnership Fund
to enable school boards and third parties to undertake important curricular and extracurricular activities that advance student success. ਅਪ੍ਰੈਲ ਮਹੀਨੇ ਦੇ ਦੌਰਾਨ ਕੈਨੇਡਾ ਦੇ ਸ਼ਹਿਰ ਕੈਲਗਰੀ ਵਿੱਚ ਘਰਾਂ ਦੀ ਰਿਕਾਰਡ ਵਿਕਰੀ ਨੇ ਆਰਥਿਕ ਖੇਤਰ ਵਿੱਚ ਨਵੀਂ ਹਲਚਲ ਪੈਦਾ ਕਰ ਦਿੱਤੀ ਹੈ। ਸਿਟੀ ਦੇ ਰੀਅਲ estate ਬੋਰਡ ਨੇ ਆਖਿਆ ਕਿ ਪਿਛਲੇ ਸਾਲ ਅਪ੍ਰੈਲ ਮਹੀਨੇ ਵਿੱਚ 571 ਘਰਾਂ ਦੀ ਸੇਲ ਦਰਜ ਹੋਈ ਸੀ, ਜਦੋਂ ਇਸ ਸਾਲ ਇਹ ਸੰਖਿਆ ਵੱਧ ਕੇ 3209 ਤੇ ਪਹੁੰਚ ਗਈ ਹੈ। ਇਹ ਵਾਧਾ 462% ਦਰਜ ਕੀਤਾ ਜਾ ਰਿਹਾ ਹੈ। ਇੱਕ ਪਾਸੇ ਜਦੋਂ ਸਮੁੱਚਾ ਅਰਥਚਾਰਾ ਡੁੱਬਦਾ ਜਾ ਰਿਹਾ ਸੀ, ਘਰਾਂ ਦੀ ਵਿਕਰੀ ਸਿਖਰਾਂ ਵੱਲ ਜਾ ਰਹੀ ਸੀ। ਕਈ ਮਾਮਲਿਆਂ ਵਿੱਚ ਮੰਗੀ ਗਈ ਕੀਮਤ ਨਾਲੋਂ ਵੀ ਵੱਧ ਮੁੱਲ ਤੇ ਵਿਕਰੀ ਹੋਣ ਦੀ ਸੂਚਨਾ ਮਿਲੀ ਹੈ। ਆਉਂਦੀ 1 ਜੂਨ ਤੋਂ ਮੌਰਗੇਜ ਨਿਯਮ ਹੋਰ ਸਖਤ ਹੋਣ ਦੀ ਸੂਚਨਾ ਦੇ ਦਰਮਿਆਨ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਵੱਲੋਂ ਘਰ ਖਰੀਦੇ ਜਾਣ ਵਿੱਚ ਵੱਧ ਦਿਲਚਸਪੀ ਦਿਖਾਈ ਗਈ ਹੈ। ਪਿਛਲੇ ਸਾਲ ਦੇ ਅਪ੍ਰੈਲ ਦੇ ਮੁਕਾਬਲੇ ਇਸ ਸਾਲ ਲਿਸਟਿੰਗ ਵਿੱਚ 227% ਦਾ ਵਾਧਾ ਹੋਇਆ ਹੈ। ਘਰਾਂ ਦੀ ਔਸਤ ਕੀਮਤ ਵਿੱਚ ਵੀ 20% ਦਾ ਵਾਧਾ ਦਰਜ ਕੀਤਾ ਜਾ ਰਿਹਾ ਹੈ। condos, attached ਅਤੇ ਡੀ-ਅਟੈਚਡ ਟਾਊਨ ਹਾਊਸ ਆਦਿ ਸਭ ਕਿਸਮ ਦੇ ਘਰਾਂ ਦੀ ਵਿਕਰੀ ਵਿੱਚ ਇਸ ਸਮੇਂ ਤੇਜ਼ੀ ਦੇਖੀ ਜਾ ਰਹੀ ਹੈ। ਤੇ ਦਰਸਰੀ ਨਿਊਟਨ ਤੋਂ ਐਮਪੀ ਸੁਖ ਧਾਲੀਵਾਲ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਜਨਮ ਦਿਵਸ ਦੇ ਮੌਕੇ ਸੰਸਦ ਵਿੱਚ ਬਿਆਨ ਜਾਰੀ ਕੀਤਾ। 1 ਮਈ ਨੂੰ ਦੁਨੀਆ ਭਰ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵਾਂ ਜਨਮ ਦਿਨ ਮਨਾਇਆ ਗਿਆ। ਉਹਨਾਂ ਨੇ ਸਿੱਖਾਂ ਦੇ 9ਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਬਾਰੇ ਵੀ ਹਾਊਸ ਨੂੰ ਜਾਣੂ ਕਰਵਾਇਆ। ਉਹਨਾਂ ਆਖਿਆ ਕਿ ਕੈਨੇਡੀਅਨਜ਼ ਅਤੇ ਦੁਨੀਆ ਭਰ ਦੇ ਸਿੱਖ ਇਸ ਦਿਨ ਨੂੰ ਮਨਾ ਰਹੇ ਹਨ। Mr. Speaker, on May 1st, Sikhs across Canada and throughout the world celebrated the 400th birth anniversary of Guru Tegh Bahadur Sahib, the 9th of 10 gurus who founded the Sikh religion. He is honored and remembered as a pioneer who championed human rights and religious freedom for all. And he was martyred for raising his voice against injustice and oppression. Particularly in the times we are living in, the teachings of Guru Tegh Bahadur Sahib are very relevant and if followed can bring peace and justice in our society. Mr. Speaker, I want to wish everyone a very happy 400th birth anniversary of the great Guruji.